ਦੇ ਦਿਨ ਆ ਜਾਣ ਤੇ ਬੰਦਾ ਕਿਸੇ ਆਪਣੇ ਸੱਜਣ ਮਿੱਤਰ ਕੋਲ ਜਾ ਕੇ ਕਹਿੰਦਾ ਹੈ ਵੀ ਭਰਾਵਾ ਮਾਇਆ ਘੁੰਡ ਕੱਢ ਗਈ ਏ ਤੇ ਮਜਬੂਰੀਆਂ ਨੇ ਤੇ ਮੈਂ ਤੇਰੇ ਕੋਲ ਇਸ ਆਸ ਨਾਲ ਆਇਆ ਵੀ ਤੂੰ ਮੇਰੀ ਮਦਦ ਕਰੇਂਗਾ, ਜਦੋਂ ਹੀ ਸਿੰਘ ਜੀ ਮੋੜ ਦਿਆਂਗੇ। ਹੁਣ ਮਨ ਵਿੱਚ ਇੱਕ ਦੁਚਿੱਤੀ ਚੱਲ ਰਹੀ ਹੁੰਦੀ ਵੀ ਪਤਾ ਨਹੀਂ ਜਿਹਦੇ ਕੋਲ ਮੰਗਣ ਆਇਆ ਉਹਦੇ ਵਿਚਾਰੇ ਕੋਲ ਹੈ ਵੀ ਹੈ ਕਿ ਨਹੀਂ ਹੈ। ਫਿਰ ਨਾਲ ਹੀ ਇੱਕ ਦੂਜਾ ਖਿਆਲ ਉਤਪੰਨ ਹੋ ਜਾਂਦਾ ਵੀ ਜੇ ਇਹਨੇ ਜਵਾਬ ਦੇ ਦਿੱਤਾ ਤੇ ਅਗਲਾ ਪਹਿਲੋਂ ਚੁਣ ਕੇ ਰੱਖਿਆ ਹੁੰਦਾ ਵੀ ਫਿਰ ਉਹਦੇ ਕੋਲ ਜਾ ਕੇ ਮੰਗਾਂਗੇ। ਹੁਣ ਕੀ ਹੁੰਦਾ ਹੈ ਬਈ ਜਿਹਦੇ ਕੋਲ ਮੰਗਣ ਗਿਆ ਹੈ ਮੰਗ ਰੱਖ ਰਿਹਾ ਹੈ ਵੀ ਮੇਰੀ ਮਦਦ ਕਰ, ਪਰ ਭਰੋਸਾ ਕੋਈ ਨਹੀਂ ਵੀ ਇਹਦੇ ਕੋਲ ਮੰਗਿਆ ਗੱਲ ਬਣੇਗੀ ਕਿ ਨਹੀਂ ਬਣੇਗੀ। ਤੁਸੀਂ ਸਮਝ ਗਏ ਹੋ, ਸਿਆਣੇ ਹੋ। ਅੱਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਵੀ ਵੈਗੁਰੂ ਮੈਂ ਇਹ ਨਹੀਂ ਵੀ ਓਪਰੀ ਜੀ ਨਿਗਾਹ ਨਾਲ ਕਹਿ ਰਿਹਾ ਵੀ ਤੇਰੇ ਦਰਬਾਰ ਤੇ ਆਇਆ, ਨਹੀਂ, ਮੈਂ ਸੱਚੀ ਮੁੱਚੀ ਤੁਹਾਡੀ ਸ਼ਰਨ ਨੂੰ ਸਮਰਪਿਤ ਹਾਂ, ਚਰਨ ਸ਼ਰਨ ਤੇ ਤੁਹਾਡੇ ਦਰਬਾਰ ਤੇ। ਇਹ ਨਹੀਂ ਵੀ ਦਰਬਾਰ ਮੈਂ ਕਿਸੇ ਹੋਰ ਦਾ ਮੱਲਿਆ ਤੇ ਅਰਦਾਸ ਬੇਨਤੀ ਤੁਹਾਡੇ ਚਰਨਾਂ 'ਚ ਕਰ ਰਿਹਾ ਵੀ ਵੈਗੁਰੂ ਰੱਖੋ, ਨਹੀਂ, ਤੁਹਾਡੇ ਦਰਬਾਰ ਤੇ ਤੁਹਾਡੀ ਚਰਨ ਸ਼ਰਨ ਵਿੱਚ ਆਏ ਹਾਂ ਵੀ ਵੈਗੁਰੂ ਤੁਸੀਂ ਰੱਖੋ। ਅੰਮ੍ਰਿਤ ਬਾਣੀ ਦੇ ਬੋਲ ਸਾਨੂੰ ਇਹ ਜਾਚ ਸਿਖਾਉਂਦੇ ਨੇ। ਗੁਰਮੁਖੋ ਸਾਹਿਬ ਕਹਿੰਦੇ ਨੇ ਤੋ ਮੈਂ ਆਇਆ ਸ਼ਰਨੀ ਆਇਆ। ਅੱਗੇ ਕਹਿੰਦੇ ਨੇ ਕਿਰਪਾ ਆਇਆ ਭਰੋਸੇ ਆਇਆ, ਜਿਉਂ ਭਾਵੈ ਤੋਂ ਰਾਖੋ ਸੁਆਮੀ ਮਾਰਗ ਗੁਰੈਂ ਪਠਾਇਆ। ਵੈਗੁਰੂ ਮੈਂ ਤੁਹਾਡੀ ਚਰਨ ਸ਼ਰਨ ਵਿੱਚ ਆਇਆ, ਨਾਲ ਹੀ ਬਚਨ ਕਹਿ ਦਿੱਤਾ ਵੀ ਤੁਹਾਡੇ ਭਰੋਸੇ ਆਇਆ। ਇਹ ਨਹੀਂ ਵੀ ਮੇਰਾ ਭਰੋਸਾ ਕਿਸੇ ਯਕੀਨ ਕਿਸੇ ਹੋਰ ਤੇ ਹੈ ਤੇ ਮੈਂ ਬੈਠਾ ਤੁਹਾਡੇ ਕੋਲ ਹੋਇਆ। ਹੋਰ ਬਚਨ ਇਹਦੇ ਨਾਲ ਇੱਕ ਸੁਖੈਨ ਸਮਝ ਕਰਦਿਆਂ ਭਗਤ ਭੀਖਣ ਜੀ ਦਾ ਉਹ ਬਚਨ ਉਹਨਾਂ ਦਾ ਇਸ ਪ੍ਰਕਾਰ ਹੈ। ਉਹ ਕਹਿੰਦੇ ਨੇ ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੁਮਕ ਗਰਾਸੈ। ਬੜੇ ਭਾਵਪੂਰਤ ਬਚਨ ਨੇ। ਉਹ ਕਹਿੰਦੇ ਨੇ ਹੇ ਵੈਗੁਰੂ ਜਗਤ ਦੇ ਮਾਲਕ, ਤੁਹਾਡੇ ਮੈਂ ਕੀ ਗੁਣ ਬਿਆਨ ਕਰਾਂ। ਮੈਨੂੰ ਜੇ ਕੋਈ ਪੁੱਛੇ ਵੀ ਭਗਤ ਭੀਖਣ ਜੀ ਵੈਗੁਰੂ ਦੇ ਗੁਣ ਦੱਸੋ ਗੁਣ, ਤੇ ਭਗਤ ਭੀਖਣ ਜੀ ਕਹਿੰਦੇ ਵੀ ਮੈਂ ਇਹ ਦੱਸਣਾ ਚਾਹਾਂਗਾ ਵੀ ਕੋਈ ਬੰਦਾ ਗਿੱਦੜ ਦੀ ਭੰਬਕੀ ਤੋਂ ਡਰਦਾ ਹੋਇਆ ਵਿਚਾਰਾ ਸ਼ੇਰ ਦੇ ਘੁਰਨੇ ਚਲੇ ਜੇ, ਸ਼ੇਰ ਨੂੰ ਜਾ ਕੇ ਕਵੇ ਵੀ ਸ਼ੇਰ ਜੀ ਰੋਜ਼ਾਨਾ ਗਿੱਦੜ ਲੰਘਦਾ ਹੈ, ਲਲਕਾਰਾ ਮਾਰ ਕੇ ਕਹਿੰਦਾ ਵੀ ਥੋੜੇ ਦਿਨ ਨੇ ਤੇਰੇ ਤੈਨੂੰ ਖਾ ਜਾਵਾਂਗਾ, ਤੇ ਸ਼ੇਰ ਜੀ ਮੈਂ ਗਿੱਦੜ ਤੋਂ ਡਰਦਾ ਤੁਹਾਡੇ ਘੁਰਨੇ 'ਚ ਤੁਹਾਡੀ ਚਰਨ ਸ਼ਰਨ ਵਿੱਚ ਆਇਆ ਤੇ ਕਿਰਪਾ ਕਰਕੇ ਮੇਰੀ ਗਿੱਦੜ ਤੋਂ ਰਖਵਾਲੀ ਕਰੋ। ਭਗਤ ਭੀਖਣ ਜੀ ਕਹਿੰਦੇ ਵੀ ਬੰਦਾ ਸ਼ੇਰ ਕਵੇ ਵੀ ਕੋਈ ਗੱਲ ਨਹੀਂ ਆ ਜਾ ਜੀ ਆਇਆਂ ਨੂੰ। ਸ਼ੇਰ ਕੌਣ ਹੈ? ਪ੍ਰਮਾਤਮਾ ਵੈਗੁਰੂ। ਗਿੱਦੜ ਕੌਣ ਨੇ? ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਸ਼ੇਰ ਕਵੇ ਵੀ ਕੋਈ ਗੱਲ ਨਹੀਂ ਨਿਸ਼ਚਿੰਤ ਹੋ ਕੇ ਬਹਿ ਜਾ, ਚਿੰਤਾ ਨਾ ਕਰ, ਤੇ ਸ਼ੇਰ ਚਲੇ ਜੇ ਕਿਤੇ ਸ਼ਿਕਾਰ ਖੇਲਣ ਤੇ ਸ਼ਿਕਾਰ ਖੇਡ ਕੇ ਆਏ ਸ਼ੇਰ ਨੂੰ ਉਹਦੀ ਸ਼ਰਨ ਵਿੱਚ ਬੈਠਾ ਬੰਦਾ ਕਵੇ ਵੀ ਮਹਾਰਾਜ ਤੁਸੀਂ ਸ਼ਿਕਾਰ ਖੇਡਣ ਗਏ, ਗਿੱਦੜ ਇੱਥੋਂ ਲੰਘਦਿਆਂ ਮੈਨੂੰ ਤੁਹਾਡੇ ਘੁਰਨੇ ਵਿੱਚ ਬੈਠੇ ਨੂੰ ਵੇਖ ਕੇ ਕਹਿੰਦਾ ਸੀ ਵੀ ਕੋਈ ਨਹੀਂ ਇੱਥੇ ਵੀ ਤੈਨੂੰ ਨਹੀਂ ਛੱਡਾਂਗਾ। ਤੇ ਸ਼ੇਰ ਦਾ ਅੱਗੋਂ ਜਵਾਬ ਸੁਣਿਓ। ਸ਼ੇਰ ਕਵੇਗਾ ਵੀ ਗਿੱਦੜ ਦੀ ਇਹ ਮਜਾਲ ਨਹੀਂ ਵੀ ਉਹ ਮੇਰੇ ਘੁਰਨੇ ਵੱਲ ਵੇਖ ਜਾਏ, ਜਿੱਥੇ ਮੈਂ ਰਹਿਣਾ ਗਿੱਦੜ ਉੱਥੋਂ ਕਈ ਮੀਲ ਦੂਰ ਹੀ ਵਾਂਕਦਾ ਹੈ, ਉਹ ਮੇਰੇ ਨੇੜੇ ਨਹੀਂ ਆ ਸਕਦਾ। ਗਿੱਦੜ ਦੀ ਨਹੀਂ ਮਜਾਲ ਵੀ ਮੇਰੀ ਸ਼ਰਨ ਚਰਨ ਵਿੱਚ ਆਏ ਹੋਏ ਨੂੰ ਕੋਈ ਖਾ ਜਾਏ। ਵੈਗੁਰੂ ਪਰਮਾਤਮਾ ਸ਼ੇਰ ਹੈ, ਅਸੀਂ ਜੀਵ ਵੈਗੁਰੂ ਦੀ ਸ਼ਰਨ ਚਰਨ ਸ਼ਰਨ ਵਿੱਚ ਸੱਚੀ ਮੁੱਚੀ ਜਾਈਏ।
ਉਹਦੇ ਭਰੋਸੇ ਟੇਕ ਟਿਕਾਈਏ। ਤੇ ਪ੍ਰਮਾਤਮਾ ਵਾਹਿਗੁਰੂ ਕਹਿੰਦੇ ਨੇ ਵੀ ਫਿਰ ਗਿੱਦੜ ਦੀ ਕੀ ਮਜਾਲ ਹੈ, ਕਾਲ ਦੀ, ਵਿਕਾਰਾਂ ਦੀ, ਬਈ ਉਹ ਸਾਨੂੰ ਤੁਹਾਨੂੰ ਧਮਕੀ ਦੇ ਸਕੇ, ਡਰਾ ਸਕੇ, ਨਹੀਂ। ਇਹ ਵਿਕਾਰ ਰੂਪੀ ਗਿੱਦੜ, ਮੌਤ ਰੂਪੀ ਗਿੱਦੜ ਉਹਨਾਂ ਨੂੰ ਡਰਾਉਂਦੇ ਨੇ ਜਿਹੜੇ ਪ੍ਰਮਾਤਮਾ ਦੀ ਚਰਨ ਸ਼ਰਨ ਵਿੱਚ ਗੁਰਮੁਖੋ ਗਏ ਹੀ ਨਹੀਂ। ਤਬ ਗੁਣ ਕਹ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੁਮੁਕ ਗ੍ਰਸ। ਜੁਮੁਕ ਦਾ ਅਰਥ ਹੈ ਗਿੱਦੜ, ਸਿੰਘ ਦਾ ਅਰਥ ਹੈ ਸ਼ੇਰ। ਪ੍ਰਮਾਤਮਾ ਸ਼ੇਰ ਹੈ, ਵਿਕਾਰ ਮੌਤ ਇਹ ਗਿੱਦੜ ਨੇ। ਤੋ ਹਜ਼ੂਰ ਕਹਿੰਦੇ ਪ੍ਰਮਾਤਮਾ ਦੀ ਚਰਨ ਸ਼ਰਨ ਵਿੱਚ ਗਿਆ ਹੋਇਆਂ ਨੂੰ ਵਾਹਿਗੁਰੂ ਤੱਤੀ ਬਾਹ ਨਹੀਂ ਲੱਗਣ ਦਿੰਦੇ। ਹਜ਼ੂਰ ਬਖਸ਼ਿਸ਼ ਕਰਦੇ ਨੇ, ਰਾਖੋ ਰਾਖੋ ਕਿਰਪਾ ਧਾਰ। ਹੇ ਵਾਹਿਗੁਰੂ ਜੀ, ਤੁਹਾਡੀ ਚਰਨ ਸ਼ਰਨ ਵਿੱਚ ਆਏ ਹਾਂ, ਜਿਵੇਂ ਜਾਣਦੇ ਹੋ ਕਿਰਪਾ ਕਰੋ। ਚਰਨ ਸ਼ਰਨ ਵਿੱਚ ਆਇਆ ਹੋਇਆਂ ਦੀ ਰਖਵਾਲੀ ਕਰੋ, ਰੱਖਿਆ ਕਰੋ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ, ਤੇਰੇ ਦਰਬਾਰ। ਤੁਹਾਡੇ ਦਰਬਾਰ ਤੇ ਤੁਹਾਡੀ ਚਰਨ ਸ਼ਰਨ ਨੂੰ ਸਮਰਪਿਤ ਹੋਏ ਆ। ਇਹ ਨਹੀਂ ਵੀ ਜ਼ੁਬਾਨੀ ਕਲਾਮੀ ਕਹੀ ਜਾ ਰਹੇ ਆ ਵਾਹਿਗੁਰੂ ਰੱਖ, ਵਾਹਿਗੁਰੂ ਰੱਖ, ਤੇ ਦਰਬਾਰ ਕਿਸੇ ਹੋਰ ਪੀਰਾਂ ਵਾਲੇ ਦੇ ਜਾ ਕੇ ਖੜੋਤੇ ਹੋਏ ਆ, ਤੇ ਗੱਲ ਤਾਂ ਵੀ ਨਹੀਂ ਬਣਨੀ। ਸਮਰਪਿਤ ਹੋਣ ਦਾ ਸਾਨੂੰ ਅੱਜ ਦੇ ਪਾਵਨ ਬੋਲ ਗੁਰੂ ਅਰਜਨ ਦੇਵ ਸਾਹਿਬ ਦੇ ਜਾਚ ਸਿਖਾਉਂਦੇ ਨੇ ਵੀ ਜਦੋਂ ਪ੍ਰਮਾਤਮਾ ਨੂੰ ਧਿਆਈਏ, ਉਹਦੀ ਟੇਕ ਟਿਕਾਈਏ, ਤੇ ਉਹਨੂੰ ਸੱਚੀ ਮੁੱਚੀ ਤਨ ਮਨ ਕਰਕੇ ਸਮਰਪਿਤ ਹੋ ਜਾਣਾ ਚਾਹੀਦਾ ਹੈ। ਮਨ ਕਰਕੇ ਵੀ, ਤਨ ਕਰਕੇ ਵੀ। ਇਹ ਨਹੀਂ ਵੀ ਓਪਰੀ ਜੀ ਨਿਗਾਹ ਨਾਲ ਪ੍ਰਮਾਤਮਾ ਚੇਤੇ, ਓਪਰਾ ਜਿਹਾ ਧਿਆਨ ਕਿਤੇ ਹੋਰ ਤੇ ਵੀ, ਪੀਰ ਤੇ ਵੀ ਟਿਕਾ ਲੈਣਾ ਵੀ ਚੱਲ ਜੇ ਇੱਥੋਂ ਨਹੀਂ ਗੱਲ ਬਣੀ ਤੇ ਆਹ ਫਲਾਣੀ ਸੱਚੀ ਸਰਕਾਰ ਲੋਕ ਕਹਿੰਦੇ ਨੇ ਇਹਦੇ ਤੇ ਗੱਲ ਬਣ ਜੂਗੀ। ਨਹੀਂ, ਅਸਲ ਵਿੱਚ ਪ੍ਰਮਾਤਮਾ ਅਕਾਲ ਪੁਰਖ ਤੋਂ ਬਗੈਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਵੀ ਗੁਰਮੁਖੋ ਸਾਡੀ ਵਾਤੜੀ ਕਿਸੇ ਨਹੀਂ ਪੁੱਛਣੀ, ਕਿਸੇ ਵੀ। ਅੱਗੇ ਫਿਰ ਬਚਨ ਪ੍ਰਰੰਭ ਕੀਤੋ ਨੇ, ਸ਼ਬਦ ਦੀ ਪ੍ਰਰੰਭਤਾ। ਸਾਹਿਬ ਕਹਿੰਦੇ ਜਿਸ ਤੂੰ ਰਾਖੈ ਤਿਸ ਕੌਣ ਮਾਰੈ। ਹੇ ਵਾਹਿਗੁਰੂ ਜੀ, ਜਿਸ ਨੂੰ ਤੁਸੀਂ ਰੱਖਣ ਵਾਲੇ ਹੋ ਨਾ, ਜਿਹਦੀ ਤੁਸੀਂ ਰਖਵਾਲੀ ਕਰੋ, ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਈ ਇਹ ਖੜੀ ਹੋ ਕੇ ਕਵੇ ਵੀ ਅਸੀਂ ਇਹਨੂੰ ਮਾਰ ਦਿਆਂਗੇ। ਨਹੀਂ, ਪਰ ਸ਼ਰਤ ਹੈ ਬਈ ਹੋਵੇ ਉਹ ਪ੍ਰਮਾਤਮਾ ਨੂੰ ਸਮਰਪਿਤ, ਤੇ ਜਿਹਨੂੰ ਪ੍ਰਮਾਤਮਾ ਰੱਖਣ ਵਾਲਾ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ। ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਉਹਨੂੰ ਕੌਣ ਮਾਰ ਸਕਦਾ ਹੈ। ਬਚਨ ਹੋਰ ਪੜ੍ਹਦੇ ਅੰਮ੍ਰਿਤ ਬਾਣੀ ਵਿੱਚੋਂ ਸਾਹਿਬ ਕਹਿੰਦੇ ਜਿਸ ਨੂੰ ਤੂੰ ਰਖਵਾਲਾ। ਵਾਹਿਗੁਰੂ ਜੀ, ਜਿਹਦੀ ਰਖਵਾਲੀ ਤੁਸੀਂ ਕਰਨ ਵਾਲੇ ਹੋ, ਫਿਰ ਸਵਾਲ ਪੈਦਾ ਹੁੰਦਾ ਹੈ ਵੀ ਮਾਰੇ ਤਿਸ ਕੌਣ, ਉਹਨੂੰ ਕੌਣ ਮਾਰ ਸਕਦਾ ਹੈ। ਭਾਵ ਇਹ ਹੈ ਵੀ ਉਹਨੂੰ ਕੋਈ ਨਹੀਂ ਮਾਰ ਸਕਦਾ ਜਿਹਨੂੰ ਰੱਬ ਰੱਖਣ ਵਾਲਾ ਹੈ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿਨੈ ਭੈਣ। ਇੱਥੇ ਭੈਣ ਸ਼ਬਦ ਅਸੀਂ ਆਮ ਜਿਸ ਮਾਂ ਦੇ ਘਰ, ਬਾਪ ਦੇ ਘਰ ਅਸੀਂ ਜਨਮ ਲਿਆ ਹੈ, ਸਾਡੇ ਤੋਂ ਪਹਿਲਾਂ ਜਨਮ ਲੈਣ ਵਾਲੀ ਜਾਂ ਸਾਡੇ ਤੋਂ ਬਾਅਦ ਜਨਮ ਲੈਣ ਵਾਲੀ ਉਹ ਬੱਚੀ, ਆਮ ਜਿਸ ਜਗਤ ਸਮਾਜ ਵਿੱਚ ਅਸੀਂ ਵਿਚਰਦੇ ਹਾਂ ਸ਼ਬਦ ਉੱਥੇ ਭੈਣ ਵਰਤਿਆ ਜਾਂਦਾ। ਪਰ ਇੱਥੇ ਜਿਹੜਾ ਬਚਨ ਆਇਆ ਹੈ ਉਹ ਲਖਾਇਕ ਹੂਬਹੂ ਉਸੇ ਤਰ੍ਹਾਂ ਦਾ ਜਿਵੇਂ ਅਸੀਂ ਆਪਣੇ ਤੋਂ ਛੋਟੀ ਜਾਂ ਆਪਣੇ ਤੋਂ ਵੱਡੀ ਆਪਣੀ ਅੰਮਾ ਜਾਈ ਭੈਣ ਲਈ ਵਰਤਦੇ ਹਾਂ। ਪਰ ਇੱਥੇ ਬਾਣੀ ਨੂੰ ਸਮਝਣ ਲੱਗਿਆਂ ਬਾਣੀ ਦੇ ਅਰਥ ਕਰਨ ਵਾਲੇ ਵਿਦਵਾਨਾਂ ਨੇ ਇੱਥੇ
ਅਰਥ ਭੈਣ ਦੇ ਉਹ ਭੈਣ ਨਹੀਂ ਕੀਤੇ ਜਿਹੜੀ ਸਾਡੇ ਮਾਂ ਬਾਪ ਦੇ ਘਰ ਸਾਡੇ ਤੋਂ ਪਹਿਲਾਂ ਜਾਂ ਸਾਡੇ ਵਿੱਚ ਬਾਅਦ ਚੋਂ ਜਨਮੀ ਹੈ, ਉਹਦੇ ਲਈ ਨਹੀਂ ਹੈ। ਇੱਥੇ ਭੈਣ ਸ਼ਬਦ ਦਾ ਭਵਨ ਲਈ ਆਇਆ ਹੈ, ਭਾਉਣ ਲਈ ਆਇਆ ਹੈ। ਜਿੰਨਾ ਬ੍ਰਹਿਮੰਡ ਅਸੀਂ ਤੁਸੀਂ ਦੇਖ ਰਹੇ ਹਾਂ, ਇਹਨੂੰ ਭਵਨ ਵੀ ਬੋਲਿਆ ਗਿਆ। ਇਸ ਕਰਕੇ ਬਾਣੀ ਦੀ ਤੁਕਾਂਤ ਪੂਰਤੀ ਲਈ ਉਹ ਸ਼ਬਦ ਬਾਣੀਕਾਰਾਂ ਨੇ ਇਸ ਪ੍ਰਕਾਰ ਵਰਤਿਆ। ਸਹਿਬ ਕਹਿੰਦੇ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿਨੈ ਭੈਣ, ਉਸ ਨੇ ਆ ਸਮੁੱਚਾ ਭਵਨ ਜਿੱਤ ਲਿਆ। ਤੇ ਵਾਹਿਗੁਰੂ ਜਿਹਨੂੰ ਤੁਸੀਂ ਰੱਖਣ ਵਾਲੇ ਉਹਨੂੰ ਕੌਣ ਮਾਰ ਸਕਦਾ? ਕੋਈ ਵੀ ਨਹੀਂ। ਸਹਿਬ ਬਖਸ਼ਿਸ਼ ਕਰਦੇ ਨੇ, ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ। ਉਹਨੂੰ ਕੋਈ ਨਹੀਂ ਮਾਰ ਸਕਦਾ। ਇਹ ਜਿੰਨਾ ਸਗਲ ਸਮੁੱਚਾ ਸੰਸਾਰ ਗੁਰਮੁਖੋ ਅਸੀਂ ਤੁਸੀਂ ਵੇਖ ਰਹੇ ਹਾਂ, ਜਿੰਨਾ ਬ੍ਰਹਿਮੰਡ ਹੈ, ਜਿੰਨਾ ਸਮੁੱਚਾ ਸਗਲ ਸੰਸਾਰ ਹੈ, ਹਜ਼ੂਰ ਬਖਸ਼ਿਸ਼ ਕਰਦੇ ਨੇ ਸਭ ਤੁਝ ਹੀ ਅੰਤਰ। ਇਹ ਸਾਰਾ ਸੰਸਾਰ ਗੁਰਮੁਖੋ ਰੱਬ ਦੇ ਕੰਟਰੋਲ ਵਿੱਚ ਹੈ। ਇਹਦੇ ਤੇ ਹੁਕਮ ਕਿਹਦਾ ਚੱਲਦਾ ਹੈ? ਅੱਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਪ੍ਰਮਾਤਮਾ ਦਾ। ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਇੱਥੇ ਪਰਿੰਦਾ ਪਰ ਨਹੀਂ ਮਾਰ ਸਕਦਾ। ਪਰਮਾਤਮਾ ਦੇ ਹੁਕਮ ਤੋਂ ਬਿਨਾਂ, ਉਹਦੀ ਰਜ਼ਾ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ। ਤੋ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਸਭ ਤੁਝ ਹੀ ਅੰਤਰ। ਇਹ ਸਮੁੱਚਾ ਬ੍ਰਹਿਮੰਡ ਵਾਹਿਗੁਰੂ ਜੀ ਇਹ ਤੁਹਾਡੇ ਕੰਟਰੋਲ ਦੇ ਅਧੀਨ ਹੈ, ਤੁਹਾਡੇ ਅੰਦਰ ਹੈ। ਸਭ ਤੁਝ ਹੀ ਅੰਤਰ ਸਗਲ ਸੰਸਾਰ ਹੈ। ਸਮੁੱਚਾ ਸਗਲ ਜਹਾਨ ਜਿੱਡਾ ਸੰਸਾਰ ਆ। ਫਿਰ ਅੱਗੇ ਕਿਰਪਾ ਕੀਤੀ, ਉਹਨੇ ਕਹਿਣ ਲੱਗੇ ਕੋਟ ਉਪਾਵ ਚਿਤਵਤ ਹੈ ਪ੍ਰਾਣੀ। ਪ੍ਰਾਣੀ ਸ਼ਬਦ ਸਾਡੇ ਤੁਹਾਡੇ ਜੀਵਾਂ ਲਈ ਆਇਆ ਹੈ। ਕਹਿੰਦੇ ਨੇ ਜੀਵ ਵਿਚਾਰਾਂ ਨਾਲ ਕਰੋੜਾਂ ਤਰ੍ਹਾਂ ਦੀਆਂ ਉਗਤੀਆਂ ਜੁਗਤੀਆਂ ਆਪਣੇ ਮਨ ਵਿੱਚ ਲੜਾਉਂਦਾ ਰਹਿੰਦਾ ਹੈ। ਮੈਂ ਉਹ ਕਰਾਂਗਾ, ਆਹ ਕਰਾਂਗਾ, ਇੰਨੇ ਕੁ ਸਮੇਂ ਬਾਅਦ ਮੈਂ ਆਹ ਕੁਝ ਕਰਨ ਵਾਲਾ। ਇਹਨੇ ਉਗਤੀਆਂ ਜੁਗਤੀਆਂ, ਇਹਨੇ ਆਪਣੇ ਮਨ ਦੇ ਬੁਣੇ ਹੋਏ ਇੱਦਾਂ ਦੇ ਖਿਆਲਾਤ। ਤੇ ਅਸੀਂ ਕਦੀ ਧਿਆਨ ਮਾਰ ਕੇ ਕਾਪੀ ਪੈਨ ਲੈ ਕੇ ਨੋਟ ਕਰੀਏ ਨਾ, ਨੋਟ ਬਈ ਸਵੇਰੇ ਜਿਉਂ ਸਰਾਣੇ ਤੋਂ ਸਿਰ ਚੁੱਕਿਆ ਇਸ ਵਕਤ ਸ਼ਾਮ ਰਾਤ ਪੈਣ ਤੱਕ, ਫਿਰ ਲੇਟਣ ਤੱਕ ਜਿੰਨੇ ਕੁ ਫੁਰਨੇ ਜਿਹਨ ਵਿੱਚ ਖਿਆਲ ਪੈਦਾ ਹੋਏ ਨੇ, ਕਾਪੀ ਪੈਨ ਲੈ ਕੇ ਨੋਟ ਕਰੀਏ ਨਾ ਬਈ ਜਿਹੜੇ ਜਿਹੜੇ ਫੁਰਨੇ ਮੈਨੂੰ ਫੁਰੇ ਨੇ ਵੀ ਆਹ ਵੀ ਕਰਨਾ ਹੈ, ਉਹ ਵੀ ਕਰਨਾ ਹੈ, ਇਉਂ ਵੀ ਹੋ ਜਾਏ, ਆਹ ਵੀ ਹੋ ਜਾਏ, ਕਦੀ ਲਿਖੀਏ ਤੇ ਫਿਰ ਉਹਦੇ ਤੇ ਧਿਆਨ ਮਾਰੀਏ ਵੀ ਇਹਦੇ ਵਿੱਚੋਂ ਕਿੰਨੇ ਕੁ ਪੂਰੇ ਹੋਏ ਨੇ। ਤੇ ਜਵਾਬ ਇਹ ਮਿਲੇਗਾ ਬਈ ਨਹੀਂ, ਜੋ ਅਸੀਂ ਚਿਤਵਿਆ, ਜੋ ਅਸੀਂ ਸੋਚਿਆ, ਜ਼ਰੂਰੀ ਨਹੀਂ ਵੀ ਉਹ ਕੁਝ ਹੀ ਹੋਣਾ ਹੈ। ਇਹ ਬਚਨ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ। ਸਾਹਿਬ ਕਹਿੰਦੇ ਕੋਟ ਉਪਾਵ। ਇੱਥੇ ਕੋਟ ਸ਼ਬਦ ਕਰੋੜਾਂ ਲਈ ਆਇਆ ਹੈ। ਅਨੇਕਾਂ ਤਰ੍ਹਾਂ ਦੇ ਬੰਦਾ ਵਿਚਾਰਾ ਉਗਤੀਆਂ ਜੁਗਤੀਆਂ ਉਪਾਅ ਉਹ ਕਰ ਰਿਹਾ, ਇੱਕ ਨਹੀਂ ਕਰੋੜਾਂ। ਕੋਟ ਉਪਾਵ ਚਿਤਵਤ ਹੈ ਪ੍ਰਾਣੀ। ਜੀਵ ਵਿਚਾਰੇ ਕੋਈ ਕਿਤੇ ਭੱਜਿਆ ਫਿਰਦਾ, ਕੋਈ ਕਿਤੇ ਕਾਹਦੇ ਲਈ, ਉਹਦੇ ਉਪਾਅ ਨੇ। ਆਹ ਕਰ ਲਓ ਆਹ ਹੋ ਜਾਏਗਾ, ਆਹ ਨਾ ਕਰੋ ਆਹ ਨਹੀਂ ਹੋਏਗਾ, ਆਹ ਕੰਮ ਕਰੋ ਆਹ ਹੋਏਗਾ। ਇਹ ਉਪਾਅ ਨੇ। ਬਾਣੀ ਇਹ ਨਹੀਂ ਕਹਿੰਦੀ ਵੀ ਉਦਮ ਨਹੀਂ ਕਰਨਾ ਚਾਹੀਦਾ, ਨਹੀਂ ਉਦਮ ਕਰਨਾ ਜ਼ਰੂਰੀ ਹੈ, ਪਰ ਇਸ ਵਿਸ਼ੇ ਨੂੰ ਸਮਝਿਓ। ਸਾਹਿਬ ਕਹਿੰਦੇ ਕੋਟ ਉਪਾਵ ਚਿਤਵਤ ਹੈ ਪ੍ਰਾਨੀ, ਪਰ ਚੇਤੇ ਰੱਖਿਓ ਸੋ ਹੋਵੇ ਜੇ ਕਰੈ ਚੋਜ ਵਡਾਨੀ। ਹੋਣਾ ਉਹ ਕੁਝ ਹੈ ਜੋ ਸਕੌਤ ਕਰਨ ਵਾਲੇ ਚੋਜੀ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਪਾਉਂਦਾ ਹੈ।
ये बचन एक थां होर भी बाणी विच आया है, उथे इस प्रकार है। साहब कहंदे ने सबनी छालां मारियां करता करे सो होए। अपनी अपनी गुरमुखो शक्ति दे द्वारा हर एक बंदा वधना चाहुंदा है, फुलना चाहुंदा है। बाणीकार कहंदे ने भी अपनी अपनी जुगती दे मुताबक अगां वधू सोच माड़ी गल नहीं है। ते कई बार वेखदे हां भी बंदा बहुत कुछ खर्च करके सोहनी बाजार विच सोहनी जगह ते सोहनी थां ते दुकान खरीद के पा दिंदा भी इत्थे मैं दुकान पाउणा। छाल मारी है, चंगी गल है, पर कई बार इन्नी मेहनत करन तो बाद भी ओदी मारी कोई छाल सफल नहीं हुंदी, क्योंकि गुरु अर्जन देव साहब महाराज बख्शिश कर रहे ने, सो होवे जे करें चोज भाउना होना ओ कुछ है जो उस चोजी प्रीतम अकाल पुरख वैगुरु नूं चंगा लगदा है। उद्यम करना चाहिए, ये नहीं हथ ते हथ धर के बह जाना चाहिए बई नहीं। उद्यम करना, आर करना चाहिए, वैगुरु सफलता भी बख्शदा है। पर हजूर बख्शिश कर रहे ने इत्थे बई जो असी अपने जीवन दे विच उपाय कर रहे हैं भी आ हो जाए, आ हो जाए, होना वो कुछ हुंदा है जो अकाल पुरख उस चोजी प्रीतम वैगुरु नूं पाउंदा है। सबनी छालां मारियां करता करे सो होए। होना वो कुछ है जो अकाल पुरख वैगुरु करता पुरख कर रहा है। होना वो कुछ है। साहब अगे बख्शिश कर रहे ने गुरमुखो, कहंदे ने जिन सेविया निरभव सुखदाता है भाई, जिन्हें उस निरभव नूं, जिन्हों किसी का डर नहीं, जिन सेविया निरभव सुखदाता भाई, जिस किसी ने उस निरभव परमात्मा वैगुरु नूं चेते कीता है ना, चेते कीता, जिन सेविया निरभव सुखदाता तिन भव दूर किया एक प्राता। प्राता शब्द समझियो, ये भी शब्द की तुकांत पूर्ति नूं काव नूं पूरा करन वास्ते वरत्या प्राता। जिन सेविया निरभव, निरभव की है जिन्हों किसी का डर नहीं, सुखदाता जिहड़ा सुखां दा दाता आ। जिन सेविया निरभव सुखदाता तिन भव दूर किया एक प्राता। हुण एक प्राता शब्द भी परमात्मा का लिखा, एक परमात्मा ने। हजूर कहंदे ने जिन्हां ने निरभव, जिन्हों किसी का डर नहीं, उन्होंने उस सुखां दे दाते नूं चेते कीता आ ना, सच्ची मुच्ची उन्हां दा भव डर दूर कर दिता। किने? एक परमात्मा अकाल पुरख वैगुरु उस प्राते ने। वो डरदे नहीं, क्यों? बाणी मोर लाउंदी है कि निरभव जपै सगल भव मिटै। जिन्हें गुरमुखो सच्ची मुच्ची निरभव नूं आराध्या है ना, जिन्हों डर नहीं किसी का, अका जिहड़ा सच्ची मुच्ची अंदरों रब नाल जुड़ गया, बाणी कहंदी भी सच्ची मुच्ची उहदा सुभाਅ रब वर्गा हो जाएगा, वो भी नहीं किसी तो डरेगा। क्यों? निरभव जपै। जिन्हें निरभव नूं जपिया उहदा सगल भव मिटै, उहदा तमाम डर भी मिट जाएगा। यही कारण है भी जदों असी अपने महान सिख इतिहास नूं जिहड़ा सुनहरी अक्षरां विच लिखिया है उहनूं पढ़दे आ ना गुरमुखो, ते दंग रह जाओगे। दंग भी वक्त दे जुल्म करन वाले रत पीने हाकम
ਉਹ ਕਹਿੰਦੇ ਕਹਿੰਦੇ ਥੱਕ ਜਾਂਦੇ ਨੇ ਵੀ ਸਿੱਖੋ, ਉਹ ਲੋਕ ਤਾਂ ਜੀਵਨ ਜਿਉਣ ਦੇ ਪਿੱਛੇ ਭੀਖ ਮੰਗਦੇ ਨੇ, ਕਮਲੇ ਹੋਏ ਫਿਰਦੇ ਨੇ ਕਮਲੇ, ਬਈ ਸਾਨੂੰ 4 ਦਿਨ ਕਿਤੇ ਹੋਰ ਜਿਉਣ ਮਿਲ ਜਾਏ। ਓਏ ਅਸੀਂ ਤੁਹਾਨੂੰ ਆਫਰ ਕਰ ਰਹੇ ਹਾਂ ਵੀ ਤੁਹਾਨੂੰ ਅੱਛੇ ਢੰਗ ਨਾਲ ਪਦਵੀਆਂ ਦਿਆਂਗੇ, ਪਦਵੀਆਂ, ਤੇ ਫਿਰ ਕਾਹਨੂੰ ਅਜਾਈ ਮੌਤ ਮਰਦੇ ਹੋ? ਮੰਨ ਜਾਓ ਤੁਸੀਂ, ਤੁਹਾਨੂੰ ਮੌਤ ਦਾ ਡਰ ਭੈ ਨਹੀਂ ਹੈ। ਤੇ ਅੱਗੋਂ ਜਵਾਬ ਕੀ ਹੈ? ਉਹ ਕਹਿੰਦੇ ਨੇ ਵੀ ਨਹੀਂ, ਕਦੀ ਸੀ ਡਰ। ਤੇ ਵਕਤ ਦਾ ਫਿਰ ਬਾਦਸ਼ਾਹ ਪੁੱਛਦਾ ਵੀ ਹੁਣ ਉਹ ਡਰ ਕਿਵੇਂ ਤੁਹਾਡਾ ਲੈ ਗਿਆ, ਉਤਰ ਗਿਆ? ਉਹ ਕਹਿੰਦੇ ਨੇ ਹੁਣ ਅਸੀਂ ਉਸ ਨਿਰਭਉ ਨੂੰ ਡਰ ਰਹਿਤ ਰੱਬ ਨੂੰ ਜਪਿਆ ਹੈ। ਹੁਣ ਇਸ ਕਰਕੇ ਸਾਨੂੰ ਇਹ ਲਾਲਚ ਸਾਡੇ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੇ। ਅਸੀਂ ਨਿਰਭਉ ਨੂੰ ਜਪਿਆ ਹੈ ਤੇ ਨਿਰਭਉ ਨੂੰ ਜਪਣ ਕਰਕੇ ਸੱਚੀ ਮੁੱਚੀ ਅਸੀਂ ਅੰਦਰੋਂ ਡਰ ਰਹਿਤ ਹੋ ਗਏ ਹਾਂ। ਹੁਣ ਮੌਤ ਸਾਹਮਣੇ ਖੜੀ ਵੀ ਸਾਨੂੰ ਡਰਾ ਨਹੀਂ ਸਕਦੀ, ਕੋਈ ਚਿੰਤਾ ਨਹੀਂ। ਸਹਿਬ ਬਖਸ਼ਿਸ਼ ਕਰਦੇ ਨੇ, ਜਿਨ ਨਿਰਭਉ, ਜਿਨ ਹਰ ਨਿਰਭਉ ਤੇ ਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਪਰਵਾਹ ਹੀ ਕੋਈ ਨਹੀਂ ਮੌਤ ਦੀ। ਬਲਕਿ ਉਹ ਬਾਣੀ ਵਿੱਚ ਗਾਉਂਦੇ ਨੇ ਵੀ ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ। ਸਾਨੂੰ ਤੁਹਾਨੂੰ ਕੋਈ ਪੁੱਛੇ ਵੀ ਮੌਤ ਦਾ ਚਾਅ ਹੈ ਮਰਨ ਦਾ? ਤੇ ਮੈਂ ਇੱਦਾਂ ਦੇ ਲੋਕ ਵੀ ਵੇਖੇ ਨੇ ਗੁਰਮੁਖੋ, ਬਈ ਲਾਗਲੇ ਪਿੰਡ 'ਚ ਵੀ ਕੋਈ ਦੂਰ ਦਾ ਬੰਦਾ ਚਲਾ ਜਾਏ ਨਾ, ਦੂਰ ਦਾ, ਤੇ ਸੱਚੀ ਮੁੱਚੀ 5-5 ਦਿਨ ਪ੍ਰਸ਼ਾਦਾ ਨਹੀਂ ਜੇ ਛਕ। ਮੈਂ ਇੱਥੋਂ ਤੱਕ ਵੇਖੇ ਨੇ ਵੀ ਘਰੇ ਬੱਝਿਆ ਹੋਇਆ ਕੋਈ ਸੱਜਰ ਸੂਈ ਮੱਝ ਗਾਂ ਦਾ ਕਟਰੂ ਬਸ਼ਰੂ ਕਿਤੇ ਚਲਾਣਾ, ਉਹ ਤਾਂ ਵੀ 2-3 ਦਿਨ ਸੋਗ ਵਿੱਚ ਡੁੱਬੇ ਰਹਿੰਦੇ ਵੀ ਹਾਏ ਕੀ ਹੋ ਗਿਆ, ਇੱਦਾਂ ਦਾ। ਕਿਉਂਕਿ ਆਪਣਾ ਆਪਣਾ ਬੰਦੇ ਦਾ ਜਿਹੜਾ ਸੋਚ ਹੈ, ਆਪਣਾ ਆਪਣਾ ਜੀਵਨ ਜਿਉਣ ਦਾ ਢੰਗ ਹੈ, ਬਈ ਉਹ ਐਡੇ ਗਮਗੀਨ ਹੋ ਜਾਂਦੇ ਨੇ ਇੱਦਾਂ ਦੀ ਘਟਨਾ ਵੇਖ ਕੇ। ਪਰ ਬਾਣੀ ਇਹਦੇ ਤੋਂ ਬੜਾ ਉੱਪਰ ਉਠਾ ਦਿੰਦੀ ਏ। ਤੇ ਬਾਣੀ ਇਹ ਕਹਿੰਦੀ ਵੀ ਤੂੰ ਇਸ ਤਰ੍ਹਾਂ ਮੌਤ ਵੇਖ ਕੇ ਚਿੰਤਤ ਨਾ ਹੋ, ਚਿੰਤਾ ਵਸ ਨਾ ਜਾ, ਬਲਕਿ ਆਪਣੀ ਰਸਨਾ ਤੋਂ ਇਹ ਬੋਲ ਗਾਇਆ ਕਰ। ਕਿਹੜੇ? ਬਈ ਜੰਮਨ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਤੂੰ ਸ਼ੁਕਰ ਮਨਾਇਆ ਕਰ ਵੀ ਵਾਹਿਗੁਰੂ ਜੇ ਜਨਮ ਹੋਇਆ ਤਾਂ ਵੀ ਤੁਹਾਡੇ ਭਾਣੇ ਵਿੱਚ, ਤੇ ਜੇ ਤੂੰ ਸੱਦ ਮਾਰ ਲਿਆ ਨਾ, ਸੱਦ ਵੀ ਆ ਜਾ, ਤੇ ਤੂੰ ਤਾਂ ਵੀ ਹੱਸਿਆ ਕਰ ਵੀ ਇਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ। ਇੱਦਾਂ ਦਾ ਜੀਵਨ ਬਾਣੀ ਬਖਸ਼ਦੀ ਹੈ ਜਿਹੜੇ ਸੱਚੀ ਮੁੱਚੀ ਗੁਰਮੁਖੋਂ ਅੰਦਰੋਂ ਬਾਣੀ ਨਾਲ ਜੁੜ ਜਾਂਦੇ ਨੇ। ਆਓ ਹਜ਼ੂਰ ਦੇ ਅਗਲੇਰੇ ਪਾਵਨ ਬੋਲਾਂ ਦੇ ਦਰਸ਼ਨ ਦੀਦਾਰ ਕਰੀਏ। ਤੇ ਸਾਹਿਬ ਕਹਿੰਦੇ ਨੇ ਜਿਨ ਸੇਵਿਆ ਨਿਰਭਉ ਸੁਖ ਦਾਤਾ, ਤਿੰਨ ਭਉ ਦੂਰ ਕੀਆ ਏਕ ਪ੍ਰਾਤਾ। ਇੱਕ ਪ੍ਰਮਾਤਮਾ ਨੇ ਉਹਨਾਂ ਦਾ ਭਉ ਡਰ ਦੂਰ ਕਰ ਦਿੱਤਾ। ਜੋ ਤੂੰ ਕਰੇ ਸੋਈ ਫੁਨ ਹੋਏ। ਵਾਹਿਗੁਰੂ ਜੀ ਜੋ ਤੁਸੀਂ ਕਰਨਾ ਹੈ ਹੋਣਾ ਉਹ ਕੁਝ ਹੈ। ਜੋ ਤੂੰ ਕਰੇ ਸੋਈ ਫੁਨ ਹੋਏ, ਮਾਰੈ ਨਾ ਰਾਖੈ ਦੂਜਾ ਕੋਈ। ਚਲੋ ਕਮ ਸੋ ਕਮ ਬਾਣੀ ਨੂੰ ਮੱਥਾ ਟੇਕਣ ਵਾਲਿਆਂ ਨੂੰ ਆਹ ਬਚਨ ਘੁੱਟ ਕੇ ਨਾ ਆਪਣੇ ਹਿਰਦੇ ਦੀ ਪੱਲੇ ਨਾਲ ਘੁੱਟ ਕੇ ਗੰਢ ਮਾਰ ਲੈਣਾ ਚਾਹੀਦਾ ਹੈ। ਬਈ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਕਹਿੰਦੇ ਨੇ ਕਿ ਮਾਰੈ ਨਾ ਰਾਖੈ ਦੂਜਾ ਕੋਈ। ਦੂਜਾ ਨਹੀਂ ਹੈ ਕੋਈ ਜਿਹੜਾ ਮਾਰਨ ਵਾਲਾ ਹੈ ਜਾਂ ਜਿਹੜਾ ਰੱਖਣ ਵਾਲਾ ਹੈ, ਸਿਰਫ ਇੱਕ ਹੀ ਹੈ, ਉਹ ਇੱਕ ਪਰਮਾਤਮਾ ਹੈ। ਕਮ ਸੋ ਕਮ ਮੈਂ ਦੂਜੇ ਧਰਮਾਂ ਦੀ ਨਹੀਂ ਬਾਤ ਕਰਦਾ, ਉਹਨਾਂ ਦਾ ਆਪਣਾ ਸਿਧਾਂਤ, ਉਹਨਾਂ ਦੀ ਆਪਣੀ ਗੱਲਬਾਤ, ਉਹਨਾਂ ਦੀ ਆਪਣੀ ਫਿਲਾਸਫੀ, ਉਹਨਾਂ ਨੂੰ ਮੁਬਾਰਕ। ਪਰ ਗੁਰੂ ਨਾਨਕ ਪੰਥੀ ਅਖਵਾਉਣ ਵਾਲਿਆਂ ਨੂੰ ਇਹ ਯਕੀਨ ਚਾਹੀਦਾ ਹੈ ਬਈ ਸ਼ਬਦ ਗੁਰੂ ਕਹਿੰਦਾ ਵੀ ਪ੍ਰਮਾਤਮਾ ਤੇਰੇ ਤੋਂ ਬਿਨਾਂ ਕੋਈ ਰੱਖਣ ਵਾਲਾ ਨਹੀਂ, ਤੁਹਾਡੇ ਤੋਂ ਬਿਨਾਂ ਕੋਈ ਮਾਰਨ ਵਾਲਾ ਨਹੀਂ। ਤੁਸੀਂ ਹੀ ਰੱਖਣ ਵਾਲੇ ਹੋ, ਤੁਸੀਂ ਹੀ ਜੀਵ ਨੂੰ ਮਾਰਨ ਵਾਲੇ ਹੋ।
फिर अगे बख्शिश करते ने, कहन लगे क्या तू सोचै मानसबान अंतरजामी पुरख सुजान। जीव मानस विचारा सोचदा चितवदा, पर हजूर कहते ने परमात्मा अंतरजामी है। अंतरजामी वो सियाणा है, सियाणा पुरख है। वो तेरे अंदर दी जानदा है भी तू की सोच रहा है, तू की चितव रहा है। इथों तक माफ़ी मंग गुरमुखो अर्ज करा भी कापी पेन लैके अपनी गतिविधि नूं जो सोच जो चितवनी चलदी है उन्होंने असी आप कापी पेन लैके चित्रन लग जाइए, वैगुरू लिखन लग जाइए ना बई आ सोच रहा चितव रहा, तो खुद अपने लिखे दे सामने आपनू छिथा शर्मिंदा पैना पै जाएगा भी खैं मैं आ सोचदा, मैं आ चितवदा। खिया नहीं पैगा हाथ दा भी मैं कागज़ दी हिक दे उपर अपनी सोचनी नू अपनी चितवनी नू उकरदियां लिख सकां। बाबा जी कहंदे क्या तू सोचै, क्या तू चितवै। जेड़ा कुछ तू सोच रहा तू चितव रहा ना, जे किते इदां दा कोई स्कैन करन वाला सिस्टम आज़ाद हो जाए भी बंदे दे चित्त विच दे दिलो दिमाग विच की करदा है भी बंदे नूं एक मशीन विच बिठा देन ते सामने लिखिया LCD दे उपर TV दी स्क्रीन ते आ रहे भी ये अंदर हुण आ ख्याल उत्प पिया, ये अंदर आ फुरना आ गया, ते दुनिया विच एडा जबरदस्त धमाका हो जाएगा भी बंदा बंदे तो अपने आप नूं छुपाउण लग जाएगा। ये तो सदके जाइए वाहिगुरू तो बई उन्हें इदां दे पड़दे पाए हुए ने, इदां दे पड़दे पाए ने बई ये नहीं पता पुत्र नूं भी मेरे बापू की चितवनी की है, बापू नूं नहीं पता भी मेरा पुत्र की चितवदा है। गल की भी समुचे परिवार की चितवनी वाहिगुरू ने एडां दे पड़दियां हेठ छुपाई है, इसे लई बई ये बड़ा जबरदस्त धमाका होए। ये चितवनी तो पड़दा उठ जाए, समाज समाज नहीं रहेगा। सदके जाइए उस वाहिगुरू ने इदां दी सोच इदां दी चितवनी नूं इस ढंग नाल ढकिया है भी कई बार जिहड़ा चितव रहा हुंदा उहनूं भी नहीं पता हुंदा भी मेरे अंदर ये कुछ चल रहा है, कुछ चितवनी है। हजूर बख्शिश करते ने गुरमुखो क्या तू सोचै मानसबान अंतरजामी पुरख सुजान। परमात्मा वाहिगुरू जो कुछ तेरे अंदर दी दिल दी स्क्रीन ते चल रहा है वो अंतरजामी वाहिगुरू जानदा है भी की कुछ चल रहा है। वो अकाल पुरख वाहिगुरू सियाणा है, अच्छी तरह वो तेरी हर अंदर दी गतिविधि नूं जानदा है। कोशिश कर भी अंदर दी सोच अंदर दी चितवनी तेरी अच्छी हो जाए, नेक हो जाए। ये चितवनी माड़ी है ते बाणी कर कहंदे ने भी इसे चितवनी ने सानू अगलियां जूना चल जाना है। बचन पढ़ते हो ना भी अंत काल जो लक्ष्मी सिमरै ऐसी चिंता मैं जे मरै सर्प जोन बल बल। ये सारी खेड चितवनी ते है। जिन्हें गुरमुखो बाणी द्वारा अपनी चितवनी नूं अंदर दे चित्त विच चलन वाले फुरनियां नूं सुधार लिया, ओदी चितवनी ते बाबा जी बाणी विच कहिंदे ने भी सारा कुछ निर्भर है, जिहो जिहा चितवेगा उहो जिहा होना है। चितवदा रहा मकान, हाय मकान, ਉਹਨੂੰ कदी ਢਾ लिया, कदी बना लिया, कदी कोई रंग रोगन करवा लिया, कदी कुछ लवा लिया। ये कुछ करदियां करदियां ही ना इन्हां नूं पहुँच गया 90 हुण शरीर ढिला मठा रहन लग गया। हुण एक मंजे दे उपर उसे घर विच पिया है, मकान दी छत वाले पासे निगाह जांदी है ते दिल विच एक धुड़कू उठदा है भी हाय मैं अपने 60-70 साल इनू बनाउण ते ढाउण ते लाते ने, जे हुण बनाया है
ਤੇ ਹੁਣ मैं मंजे ते पै गया, रहन वास्ते दा सुख हटाउण वास्ते मैनू मिले। ये चितवनी चलदियां चलदियां मौत आ गई, हौका ऐदां दा लिया बई सुरत जिहड़ी वो मकान च रह गई ते आत्मा नू रब्बी भाणा अगे ला तुरिया। फिर बाबा जी नू पुछो भी इदां दी चितवनी वाले नाल की होएगा? बाबा जी कहंदे भी होना की है, लोक लज्जा दी खातर भावें असीं कही जीए भी महाराज आवागौन तो मुक्त करी, पर जिहदी आवागौन मुक्ति दी अरदास कर रहा उन्हें मुक्त की होना? उहदी सुरत इस मकान विच खचत सी, मकान विच अंत काल जो मंदिर सिमरै ऐसी चिंता मैं जे मरै। इदां दी चितवनी चितवदियां चितवदियां मौत आ गई ते बाबा जी कहंदे प्रेत जोन वल वल उतरे। वो फिर भावें उन्होंने शरीर ना मिले तो वही आत्मा इधर उधर भ्रमण करती फिरेगी। क्यों? चितवनी ते सब कुछ गुरबाणी कहती। इसे लई हजूर जोर देंदे ने भी तू अपनी चितवनी विच वैगुरु परमात्मा दा नाम चितव्या कर, चेते करया कर, ये तेरे जीवन का पार उतारा करेगा। बख्शिश कीती उन्हें गुरमुखो, क्या तू सोचै मानस बान, अंतरजामी पुरख सुजान। एक टेक, एक दी टेक, एक की है परमात्मा, एक टेक एको आधार। एक ते अपनी टेक टका एक परमात्मा है, ओही जिंदगी का आधार आसरा है। अगे बख्शिश करते ने, कहन लगे सब किश जाने सिरजनहार, साड़ी सिरजना करन वाला गुरमुखो वो सब कुछ जानदा है, उहदे तो कुछ लुकिया नहीं, कुछ छिपिया नहीं। जिस ऊपर नदर करे करतार, जिहदे ते अकाल पुरख वैगुरु गुरमुखो मेहर दी सवली नदर करे, तिस जन के सब काज सवार। ओदी जिंदगी दे वैगुरु सारे कारज शरीरक पक्ष तो ही नहीं। बाणी नूं पुछो ते बाणी कहंदी भी जिन्नियां आ शरीर दे आर पार विच ही बंदे दी नठ भज है तुसीं देखो, पर आत्मक जीवन दे लई भी बंदे नूं आर पार नठ भज करनी चाहिदी सी, पर उधर ध्यान ही नहीं गया भी मैं आत्मक जीवन दा कुछ सवारना है। इनू ये सी भी आ देश दी दुनिया विच ही माया होवे, घर होवे, कार गड्डी मोटर होवे ते शायद ये लोड़ां पूरीआं। इसे तरह की एक अध्यात्मक जीवन की दुनिया है, जिमें बाहर दे धन तो बिना गुजारा नहीं, इसे तरह वैगुरु दे नाम धन तो बिना अध्यात्मक जीवन की दुनिया विच भी बंदा कंगाल हुंदा है। बाहर साडे तुहाडी जेब विच धेला ना होवे, बाणी कर कहंदे भी उहनूं कोई नहीं पुछदा, इत्थों तक भी अपना सका खून अपने भी कहंदे ने भी इहदे पल्ले की है, छड्डो। बाबा जी कहंदे निर्धन आदर को ना दे, कौन उहनूं पुछदा है? ते बंदा भावें दो कौडियां दा ना होवे, माया होवे चोखी, ते लोग अगे पिछे सलामा करते फिरते ने भी तुहाडे वर्गा है ही कोई नहीं। बंदे नूं नहीं सलामा, बंदे दे कोल चार जोड़ियां कौडियां नूं हर एक वेख के चुकदा है। ये भुलेखा है भी बंदा सोचता है भी शायद मेरे करके ये सारी मेरी जय जयकार हो रही है। नहीं, बाणी कर कहंदे भी तेरे करके नहीं, जेड़े तेरे कोल आ चार दमड़े ने ना, ये सलामा उन्हां नूं हो रहीआं ने। तो हजूर बख्शिश करते ने तिस जन के सब काज सवार, तिसका राखा एको सोए, जन नानक अपड़ ना साकै कोए। जिहदा राखा काल पुरख गुरमुखो आप वैगुरु है, ओदा मुकाबला कौन कोई कर सकदा है? भाव बई कोई नहीं। जिहदे वालों परमात्मा वैगुरु है, गुरु कृपा करन असी बाणी नाल जुड़िए। बाणी परमात्मा वैगुरु दे दर घर नाल गुरमुखो जोड़दी है। जिहदा रखवाला वैगुरु बन गया, ओदी दर दर दी मुथाजी चुकी जाती है। गुरु कृपा करनी बेनतियां प्रवान करियो। भुल चुक दी खिमा जी। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ।